ਗੁਰਮਤਿ ਅਧਿਆਤਮ ਕਰਮ ਫਿਲਾਸਫੀ। ਭਾਈ ਸਾਹਿਬ ਰਣਧੀਰ ਸਿੰਘ ਜੀ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਨਾਨਕ ਨਾਮ ਮਿਲਿਆ ਵਡਿਆਈ, ਏਦੂ ਉੱਪਰ ਕਰਮ ਨਹੀਂ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੈ ਲਾਏ। ਕਿਛ ਪੁੰਨ ਦਾਨ ਅਨੇਕ ਕਰਨੇ, ਨਾਮ ਤੁਲ ਨਾ ਸਮਸਰੇ। ਗੁਰਮੁਖ ਕਰਮ ਕਮਾਵੈ ਬਿਗਸੈ, ਹਰ ਬੈਰਾਗ ਆਨੰਦ। ਅਹਨਿਸ ਭਗਤ ਕਰੇ ਦਿਨ ਰਾਤੀ, ਹਉਮੈ ਮਾਰ ਨਿਚਿੰਦ। ਮੁਖ ਬੰਦ। ਗੁਰਬਾਣੀ ਇੱਕ ਅਸਗਾਹ ਅੰਮਿਓ ਸਮੁੰਦਰ ਹੈ, ਜਿਸ ਦੇ ਕਤਰੇ ਕਤਰੇ ਵਿੱਚ ਵੱਖੋ ਵੱਖ ਪਰ ਘੁਲੇ ਮਿਲੇ ਅਧਿਆਤਮਕ ਭਾਵਾਂ ਦੀਆਂ ਅਮੁੱਲ ਮੋਤੀ ਮਣੀਆਂ ਡਲਕ ਰਹੀਆਂ ਹਨ। ਕਿਸੇ ਇੱਕ ਅਧਿਆਤਮਕ ਵਿਸ਼ੇ ਦੀਆਂ ਬੀਜਲ ਕਣੀਆਂ ਨੂੰ ਇੱਕ ਲੜੀ ਵਿੱਚ ਪਰੋਣਾ ਔਰ ਉਹਨਾਂ ਦੀ ਸਮੁੱਚੀ ਚਮਕ ਦਮਕ ਨੂੰ ਇੱਕ ਇਕਾਗਰ ਪ੍ਰਗਟਾਵ ਵਿੱਚ ਦਰਸਾਉਣਾ ਕਿਸੇ ਅਮਰ ਬੁੱਧੀ, ਕਿਸੇ ਅਧਿਆਤਮਕ ਸੁਤੇ ਪ੍ਰਬੀਨ ਬੁੱਧੀ ਸਪਿਰਿਚੁਅਲ ਜੀਨੀਅਸ ਦਾ ਹੀ ਕੰਮ ਹੈ। ਭਾਈ ਸਾਹਿਬ ਜੀ ਨੇ ਗੁਰਬਾਣੀ ਦੇ ਅਥਾਹ ਸਮੁੰਦਰ ਵਿੱਚੋਂ ਗੁਰਮਤਿ ਕਰਮ ਫਿਲਾਸਫੀ ਬਾਰੇ ਸਾਰੇ ਵਿਚਾਰ ਹਰ ਪਹਿਲੂ ਤੋਂ, ਹਰ ਪੱਖ ਤੋਂ ਬੜੇ ਨਿਰਣੈਜਨਕ ਅਰ ਸਪਸ਼ਟ ਲਫ਼ਜ਼ਾਂ ਵਿੱਚ ਇਸ ਪੁਸਤਕ ਵਿੱਚ ਅੰਕਿਤ ਕੀਤੇ ਹਨ। ਗੁਰਮਤਿ ਅਧਿਆਤਮਕ ਰਹੱਸ ਸਿੱਖ ਮਿਸਟਿਸਿਜ਼ਮ ਵਿੱਚ ਪ੍ਰਬੀਨ ਤੇ ਆਰੂੜ ਲੇਖਕ ਦੇ ਵਿਸ਼ਾਲ ਅਰ ਗੂੜੇ ਆਤਮਕ ਤਜਰਬਿਆਂ ਨੇ ਇਸ ਪੁਸਤਕ ਵਿੱਚ ਇੱਕ ਜਵਾਹਰਾਤੀ ਪਰਖ ਨਾਲ ਚੁਣੀ ਕਰਮ ਫਿਲਾਸਫੀ ਦੀ ਵਿਚਾਰ ਲੜੀ ਸਾਨੂੰ ਦਿੱਤੀ ਹੈ। ਇਹ ਇੱਕ ਰਹੱਸਮਈ ਤੇ ਆਤਮਕ ਸੁਹਜ ਸਵਾਦ ਭਰਪੂਰ ਭਾਵ ਵਿਸਥਾਰੀ ਕ੍ਰਿਤ ਹੈ। ਇਸ ਵਿੱਚ ਕਿਸੇ ਸਕਾਲਰ ਦੀ ਸਿਰਦਰਦੀ ਨਹੀਂ, ਇਸ ਵਿੱਚ ਕਿਸੇ ਟਕਸਾਲੀ ਗਿਆਨੀ ਦੀ ਖੁਸ਼ਕ ਬਿਆਨੀ ਨਹੀਂ, ਇਸ ਵਿੱਚ ਕਿਸੇ ਪ੍ਰਚਾਰੀ ਕਥਾਕਾਰ ਦੀ ਦਲੀਲੀ ਕਥਨੀ ਨਹੀਂ। ਇਸ ਵਿੱਚ ਇੱਕ ਉੱਚੇ ਸੁੱਚੇ ਗੁਰਮਤ ਆਸ਼ੇ ਦਾ ਅਨੁਭਵੀ ਵਿਸਥਾਰ ਹੈ। ਇਸ ਪੁਸਤਕ ਵਿੱਚ ਆਈ ਭਾਈ ਸਾਹਿਬ ਜੀ ਦੀ ਲਿਖਣ ਸ਼ੈਲੀ ਭਾਵੇਂ ਕੋਮਲ ਤੇ ਨਰਮ ਨਹੀਂ, ਪਰ ਇਸ ਵਿੱਚ ਗਜ਼ਬ ਦੀ ਦ੍ਰਿੜਤਾ, ਜੁੰਬਸ਼ ਤੇ ਡੂੰਘਾਈ ਹੈ। ਇਸ ਵਿੱਚ ਸਪਸ਼ਟਤਾ, ਸਮਰੱਥਾ ਤੇ ਸ਼ਕਤੀ ਦੀ ਰੌਂ ਬੇਹੱਦ ਹੈ। ਨਾ ਪੱਛਮੀ ਵਿਦਿਆ ਦਾ ਚਾਨਣਾ ਇਸ ਨੂੰ ਲਿਖਣ ਵਿੱਚ ਸਹਾਈ ਹੋਇਆ ਹੈ ਤੇ ਨਾ ਪੂਰਬੀ ਵਿਦਿਆ ਦਾ। ਇਸ ਵਿੱਚ ਨਿਰੋਲ ਗੁਰਬਾਣੀ ਦੇ ਚਾਨਣੇ ਵਿੱਚ ਗੁਰਬਾਣੀ ਦੇ ਉੱਚ ਆਸ਼ੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਲੇਖਣੀ ਵਿੱਚ ਚਾਹੇ ਨਜ਼ਾਕਤ ਨਹੀਂ,
ਪਰ ਲਤਾਫਤ ਹੱਦੋਂ ਪਰੇ ਦੀ ਹੈ। ਇਸ ਵਿੱਚ ਭਾਵੇਂ ਨਿਰਮਾਹਟ ਨਹੀਂ ਪਰ ਅਸਲੀਅਤ ਦੀ ਤਾਕਤ ਅਵਸ਼ ਹੈ। ਇਸ ਵਿੱਚ ਭਾਵੇਂ ਲਫ਼ਜ਼ੀ ਗੁਦਗੁਦਾਹਟ ਨਹੀਂ ਪਰ ਗੁਰਮਤਿ ਦੇ ਇੱਕ ਮਹਾਨ ਆਦਰਸ਼ ਦੀ ਗੂੰਜ ਗੁੰਜਾਹਟ ਜ਼ਰੂਰ ਹੈ। ਇਸ ਵਿੱਚ ਭਾਵੇਂ ਮਹਿਜ਼ ਲਫ਼ਜ਼ਾਂ ਦੀ ਚਮਤਕਾਰੀ ਚਮਕਾਹਟ ਨਹੀਂ ਪਰ ਇੱਕ ਉਛਲ ਪੈਂਦੇ ਰੌਂ ਦੀ ਵਿਗਸਾਹਟ ਜ਼ਰੂਰ ਹੈ। ਇਹ ਮਹਾਨ ਰਚਨਾ ਸਾਡੇ ਕਈ ਆਤਮਕ ਭੁਲੇਖਿਆਂ ਲਈ ਇੱਕ ਚਾਨਣ ਮੁਨਾਰਾ ਬਣ ਗਈ ਹੈ। ਗੁਰਮਤਿ ਜੀਵਨ ਦੀ ਜਗਿਆਸਾ ਦੀਆਂ ਲੋੜਾਂ ਦੀ ਪੂਰਨਤਾ ਦਾ ਅਖੁੱਟ ਭੰਡਾਰ ਹੈ। ਵਿਦਵਾਨਾਂ ਲਈ, ਕਥਾਕਾਰਾਂ ਲਈ, ਫਿਲਾਸਫਰਾਂ ਲਈ, ਅਧਿਆਤਮਕ ਰਹੱਸ ਦੇ ਪਾਂਧਿਆਂ ਲਈ ਹਮੇਸ਼ਾ ਇੱਕ ਅਮੁੱਲ ਖਜ਼ਾਨਾ ਬਣੀ ਰਹੇਗੀ। ਫਲਸਫਿਕ ਲਿਖਤਾਂ ਵਿੱਚੋਂ ਕੁਝ ਲੱਭਣ ਲਈ ਹਮੇਸ਼ਾ ਡੂੰਘੀ ਚੁੱਭੀ ਮਾਰਨੀ ਪੈਂਦੀ ਹੈ। ਕਈਆਂ ਵਿੱਚੋਂ ਮਿਹਨਤ ਤੇ ਯਤਨ ਕੀਤੇ ਬਗੈਰ ਕਦੀ ਵੀ ਕੁਝ ਨਹੀਂ ਨਿਕਲਦਾ, ਪਰ ਇਸ ਲਿਖਤ ਦੀਆਂ ਡੂੰਘਾਣਾਂ ਦੇ ਮੋਤੀ ਸਿੱਪੀਆਂ ਦੀ ਝੋਲ ਚੋਂ ਨਿਕਲ ਕੇ ਉੱਪਰ ਅਣਗਿਣਤ ਲਹਿਰਾਂ ਵਿੱਚ ਲਹਿਰੇ ਲੈ ਰਹੇ ਹਨ। ਕਿਤਿਓਂ ਵੀ ਖੋਲ੍ਹ ਲਵੋ, ਕਿਤਿਓਂ ਸ਼ੁਰੂ ਕਰ ਦਿਓ। ਬਿਨਾਂ ਪਰੇਸ਼ਾਨੀ ਦੇ, ਬਿਨਾਂ ਭਰਮ ਭੁਲੇਖੇ ਦੇ ਗੁਰਮਤਿ ਦੇ ਤੱਤ ਭਾਵਾਂ ਦਾ ਨਿਖੇੜ ਸਾਡੀਆਂ ਅੱਖੀਆਂ ਅੱਗੇ ਵਿਛਿਆ ਮਹਿਸੂਸ ਹੋ ਜਾਂਦਾ ਹੈ। ਹਰ ਸਤਰ ਵਿੱਚ ਰਹੱਸਮਈ ਆਤਮਕ ਤਜਰਬਿਆਂ ਦੀ ਝਲਕ ਹੈ। ਫਲਸਫਿਕ ਵਿਚਾਰਾਂ ਨੂੰ ਇੱਕ ਰੂਹਾਨੀ ਪਿਓਂਦ ਤੇ ਗੁਰਸਿੱਖੀ ਦੇ ਤੱਤ ਮਾਰਗ ਦੇ ਨਿਰਣੇ ਦੀ ਰੰਗਣ ਵਿੱਚ ਪੇਸ਼ ਕੀਤਾ ਹੈ। ਇਸ ਵਿੱਚ ਸਾਫ਼ ਨਜ਼ਰ ਆ ਜਾਂਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਦ ਕਤੇਬੀ, ਵੈਦਿਕ ਤੇ ਸਿਮੈਟਿਕ, ਕਰਮ ਫਿਲਾਸਫੀ ਤੇ ਇਸ਼ਟਾਪਤੀ ਦੀ ਕਿਵੇਂ ਕਾਇਆ ਪਲਟ ਦਿੱਤੀ ਹੈ। ਕਰਮ ਫਿਲਾਸਫੀ ਦੇ ਹਰ ਇੱਕ ਵਿਸ਼ੇ ਨੂੰ ਆਦਿ ਤੋਂ ਅੰਤ ਤੱਕ ਉਸ ਦਾ ਹਰ ਇੱਕ ਰੂਪ ਤੇ ਹਰ ਇੱਕ ਵਿਸ਼ਵਾਸ ਅਨੁਭਵੀ ਵਿਚਾਰ ਦੀ ਕੁਠਾਲੀ ਵਿੱਚ ਢਾਲਿਆ। ਗੁਰਮਤਿ ਦਾ ਆਨਮਤਾ ਨਾਲ ਵੱਡਾ ਵਿਰੋਧ ਕਰਮ ਫਿਲਾਸਫੀ ਤੋਂ ਹੀ ਹੋਇਆ। ਦੂਜੇ ਮਤਾਂ ਵਿੱਚ ਕਰਮ ਕਾਂਡ ਤੇ ਸਰਗੁਣ ਉਪਾਸਨਾ ਪ੍ਰਧਾਨ ਸੀ, ਪਰ ਗੁਰਸਿੱਖੀ ਵਿੱਚ ਇਹਨਾਂ ਦਾ ਸਖਤ ਖੰਡਨ ਕੀਤਾ ਗਿਆ। ਪਿਛਲੇ ਜਨਮਾਂ ਦੇ ਸੰਸਕਾਰ ਇਸ ਜਨਮ ਤੇ ਜ਼ਰੂਰ ਪ੍ਰਭਾਵ ਪਾਉਂਦੇ ਹਨ, ਪਰ ਗੁਰਮੁਖ ਜਨ ਸ਼ਬਦ ਦੀ ਟੇਕ ਲੈ ਕੇ ਬਹੁਤ ਸਾਰੀਆਂ ਉਪਾਧੀਆਂ ਤੋਂ ਬਚ ਜਾਂਦੇ ਹਨ, ਬਲਕਿ ਸਹਿਜੇ ਸਭ ਮੈਲ ਧੋ ਕੇ ਨਿਰਮਲ ਤੇ ਅਛੂ ਹੋ ਜਾਂਦੇ ਹਨ। ਇਹ ਜੀਵਨ ਮੁਕਤ ਤਤਕਾਲ ਹੀ ਨਹੀਂ ਪ੍ਰਾਪਤ ਹੁੰਦੀ। ਭਾਈ ਨਾਨੋ ਨੇ ਗੁਰੂ ਅਰਜਨ ਦੇਵ ਜੀ ਤੋਂ ਇੱਕ ਵਾਰੀ ਪੁੱਛਿਆ, ਗਰੀਬ ਨਿਵਾਜ ਜੀ, ਜਿਸ ਸਮੇਂ ਸ਼ਬਦ ਸੁਣਦੇ ਹਾਂ ਤਿਸ ਸਮੇਂ ਤਾਂ ਮਨ ਨੀਵਾਂ ਰਹਿੰਦਾ ਹੈ, ਜਿਸ ਸਮੇਂ ਵਿਵਹਾਰ ਵਿੱਚ ਪੈਂਦੇ ਹਾਂ ਤਿਸ ਸਮੇਂ ਭੁੱਲ ਜਾਂਦਾ ਹੈ। ਗੁਰੂ ਸਾਹਿਬ ਦਾ ਬਚਨ ਹੋਇਆ, ਇਹ ਵਿਵਹਾਰ ਤੇ ਦੁਰਮਤ ਦਾ ਅਭਿਆਸ ਬਹੁਤਿਆਂ ਜਨਮਾਂ ਦਾ ਚੱਲਿਆ ਆਇਆ ਹੈ ਤੇ ਸ਼ਬਦ ਬਾਣੀ ਦਾ ਅਭਿਆਸ ਇਸੇ ਜਨਮ ਤੁਸਾਂ ਪਾਇਆ ਹੈ। ਉਸ ਅਭਿਆਸ ਦੁਆਰੇ ਅਣਹੁੰਦਾ ਦ੍ਰਿੜ ਹੋ ਗਿਆ ਹੈ ਤੇ ਇਹ ਵੀ ਆਤਮ ਗਿਆਨ ਦਾ ਅਭਿਆਸ ਨਿਤ ਸ਼ਰਵਣ ਦੁਆਰੇ ਦ੍ਰਿੜ ਹੋਵੇਗਾ। ਇਸੇ ਅਮਰ ਨੂੰ ਭਾਈ ਸਾਹਿਬ ਜੀ ਨੇ ਬੜੀ ਚੰਗੀ ਤਰ੍ਹਾਂ ਗੁਰ ਪ੍ਰਮਾਣਾਂ ਦੀ ਕੁੰਜੀ ਨਾਲ ਖੋਲ ਕੇ ਦੱਸਿਆ। ਸ੍ਰੀ ਦਸ਼ਮੇਸ਼ ਜੀ ਭਾਰਤ ਵਿੱਚ ਪ੍ਰਚਲਿਤ ਕਰਮਾਂ ਧਰਮਾਂ ਦਾ ਜ਼ਿਕਰ ਅਕਾਲ ਉਸਤਤ ਵਿੱਚ ਕਰਦਿਆਂ ਲਿਖਦੇ ਹਨ, ਕਈ ਸਰੀਰ ਉੱਤੇ ਸਰਦੀ ਸਹਾਰਦੇ ਹਨ, ਕਈ ਗਰਮੀ ਤੇ ਕਈ ਬਰਖਾ, ਕਈਆਂ ਨੇ ਜੋਗ ਸਮਾਧੀਆਂ ਲਾਉਂਦਿਆਂ ਕਲਪ ਬਿਤਾ ਦਿੱਤੇ, ਸ਼ਾਸਤਰ ਸਿਮਰਤੀਆਂ, ਵੇਦ ਉਚਾਰਦਿਆਂ ਉਮਰਾਂ ਬਿਤਾ ਦਿੱਤੀਆਂ, ਵਿਗਿਆਨ ਤੇ ਕਾਵ ਵਿੱਚ ਕਈ ਰੁੱਝੇ ਹੋਏ ਹਨ, ਕਈ ਅਗਨਹੋਤਰੀ ਹਨ, ਕਈ ਪਵਨ ਆਹਾਰੀ, ਨਹੀਂ ਤਦਪੇ ਦੇਵ ਹੋਵਤ ਪ੍ਰਤੱਛ, ਅਕਾਲ ਪੁਰਖ ਤਾਂ ਵੀ ਪ੍ਰਤੱਖ ਨਹੀਂ ਹੁੰਦਾ, ਕਈ ਗੀਤ ਗਾਣਿਆਂ ਵਿੱਚ ਮਸਤ ਹਨ, ਕਈ ਹੋਰ ਦੇਸਾਂ ਦੀਆਂ ਬੋਲੀਆਂ ਰੱਟ ਕੇ ਗਿਆਨ ਇਕੱਠਾ ਕਰਦੇ ਫਿਰਦੇ ਹਨ, ਤੀਰਥਾਂ ਤੇ ਭਰਮ ਦੇ ਭਟਕਦੇ ਫਿਰਦੇ ਹਨ, ਨਿਉਲੀ ਕਰਮ ਤੇ ਦਾਨ ਧਰਮ ਤੇ ਯੱਗ ਵਗੈਰਾ ਕਰਦੇ ਹਨ, ਕਿਤੇ ਪਿਤਰ ਕਰਮਾਂ ਤੇ ਕਿਤੇ ਨ੍ਰਿਤ ਨਾਚਾਂ ਵਿੱਚ ਰੁੱਝੇ ਹੋਏ ਹਨ, ਹੋਮ ਜਗ ਦੇ ਕਈ ਅਡੰਬਰ ਰਚਦੇ ਹਨ। ਪਰ ਸ੍ਰੀ ਦਸ਼ਮੇਸ਼ ਜੀ ਬੜੇ ਕੜਕਵੇਂ ਲਫ਼ਜ਼ਾਂ ਵਿੱਚ ਸਪਸ਼ਟ ਕਰਦੇ ਹਨ, ਬਿਨ ਏਕ ਨਾਮ ਇੱਕ ਚਿਤ ਲੀਨ, ਫੋਕਟੋ ਸਰਬ ਧਰਮਾਂ ਬਿਹੀਨ। ਸ੍ਰੀ ਭਾਈ ਸਾਹਿਬ ਜੀ ਵੀ ਇਸੇ ਗੁਰਮਤ ਆਸ਼ੇ ਨੂੰ ਬਾਰ-ਬਾਰ ਬੜੇ ਜ਼ੋਰਦਾਰ ਲਫ਼ਜ਼ਾਂ ਵਿੱਚ ਲਿਖਦੇ ਹੋਏ ਕਹਿੰਦੇ ਹਨ,
ਇਹ ਸਿਮਰਤੀਆਂ ਤੇ ਸ਼ਾਸਤਰ ਜਿਹੜੇ ਸਾਜੇ ਗਏ ਹਨ, ਇਹਨਾਂ ਵਿੱਚ ਕੁਛ ਨਹੀਂ ਧਰਿਆ ਪਿਆ। ਇਹਨਾਂ ਵਿੱਚ ਸਿਰਫ ਪਾਪ ਪੁੰਨ ਦੇ ਕਰਮਾਂ ਦੀਆਂ ਗੀਟੀਆਂ ਗਣਤ ਗਣੀਆਂ ਹੋਈਆਂ ਹਨ। ਉਹ ਕਰਮ ਵੀ ਅੰਧਲੇ ਅੰਧ ਅਗਿਆਨੀਆਂ ਵਾਲੇ ਕਰਦੇ ਹਨ। ਗੁਰੂ ਦੇ ਭਾਣੇ ਦਾ ਉਹਨਾਂ ਨੂੰ ਗਿਆਨ ਹੀ ਨਹੀਂ ਹੁੰਦਾ। ਉਹ ਆਪਣੇ ਭਾਣੇ ਹੀ ਆਪ ਹੁਦਰੇ ਚੱਲਦੇ ਹਨ ਅਤੇ ਆਪ ਹੁਦਰੇ ਕਰਮ ਕਰਦੇ ਹਨ। ਇਹ ਹੈ ਬੁਨਿਆਦੀ ਫਰਕ ਗੁਰਮਤਿ ਮਾਰਗ ਵਿੱਚ ਔਰ ਕਰਮ ਕਾਂਡੀ ਮਾਰਗਾਂ ਵਿੱਚ। ਭਾਈ ਸਾਹਿਬ ਜੀ ਨੇ ਕਰਮ ਫਿਲਾਸਫੀ ਦੇ ਸਮੁੱਚੇ ਵਿਸ਼ੇ ਬਾਰੇ ਵਿਗਿਆਨਕ ਸਿਲਸਿਲੇ ਵਿੱਚ ਵਿਸਥਾਰ ਵਿਚਾਰ ਪੇਸ਼ ਕੀਤੀ ਹੈ। ਇਸ ਸਿਲਸਿਲੇ ਦੀ ਸੰਖੇਪ ਜਿਹੀ ਭਾਵਿਕ ਵੰਡ ਤੇ ਉਸ ਦਾ ਤੱਤ ਇਸ ਪ੍ਰਕਾਰ ਹੈ। ਪਹਿਲਾ, ਪੁਸਤਕ ਦੇ ਪਹਿਲੇ ਹਿੱਸੇ ਵਿੱਚ ਕਰਮ ਪਦ ਦੀ ਵੱਖ-ਵੱਖ ਭਾਵਾਂ ਵਿੱਚ ਵਿਆਖਿਆ ਦੇ ਕੇ ਦੱਸਿਆ ਹੈ ਕਿ ਕਰਮਾਂ ਦਾ ਚੱਕਰ ਕਿਵੇਂ ਚੱਲਿਆ। ਅੱਜ ਵੀ ਸਿਵਾਏ ਉਹਨਾਂ ਵਿਰਲੀਆਂ ਰੂਹਾਂ ਤੋਂ ਜੋ ਨਾਮ ਭਗਤੀ ਦੁਆਰਾ ਕਰਮਾਂ ਦੇ ਬੰਧਨਾਂ ਨੂੰ ਤੋੜ ਦਿੰਦੇ ਹਨ, ਪਾਪਾਂ ਸਰਾਪਾਂ ਦੀ ਪਿਛਲੀ ਮੈਲ ਨੂੰ ਨਾਮ ਨਾਲ ਧੋ ਦਿੰਦੇ ਹਨ, ਬਾਕੀ ਸਭ ਜੀਵਾਂ ਦਾ ਨਿਬੇੜਾ ਕਰਮਾਂ ਉੱਤੇ ਹੀ ਹੁੰਦਾ ਹੈ। ਜੈਸਾ ਉਹ ਬੀਜਦੇ ਹਨ ਤੈਸਾ ਹੀ ਉਹ ਖਾਂਦੇ ਹਨ। ਦੂਜਾ, ਕਰਮ ਕਾਂਡੀ ਕਰਮਾਂ ਦਾ ਨਿਖਾਰ ਉੱਪਰ ਦੇ ਹੀ ਚੁੱਕੇ ਹਾਂ। ਇਹਨਾਂ ਆਨਮਤ ਕਰਮਾਂ ਧਰਮਾਂ ਦੇ ਪਾਖੰਡ ਦਾ ਪਾਜ ਉਘੇੜਨ ਲਈ ਅਰ ਇਹਨਾਂ ਪ੍ਰਪੰਚੀ ਕਰਮਾਂ ਧਰਮਾਂ ਦੇ ਗੁੰਮਰਾਹ ਕੁਨ ਵਿਸ਼ਵਾਸ ਦਾ ਬਨੌਟੀ ਵੇਦ ਸ਼ਾਸਤਰੀ ਢਾਂਚਾ ਚੂਰ ਚੂਰ ਕਰਨ ਲਈ ਭਾਈ ਸਾਹਿਬ ਜੀ ਨੇ 100 ਸਫ਼ੇ ਤੋਂ ਵਧੇਕ ਗੁਰਪ੍ਰਮਾਣਾਂ ਦੀ ਕਟਾਖ ਭਰੀ ਭਾਵਾਰਥੀ ਲੜੀ ਪੇਸ਼ ਕੀਤੀ ਹੈ। ਨਿਖਾਰ ਨਿਚੋੜ ਕੱਢ ਕੇ ਲਿਖਦੇ ਹਨ, ਦਰਅਸਲ ਇਹ ਪਾਖੰਡ ਕਰਦੇ ਹਨ ਰੱਬ ਰਿਝਾਉਣ ਲਈ ਨਹੀਂ। ਰੱਬ ਐਸੇ ਪਾਖੰਡ ਕਰਮੀਆਂ ਤੇ ਰੀਝਦਾ ਹੀ ਨਹੀਂ, ਨਾ ਹੀ ਅਜਿਹੇ ਪਾਖੰਡ ਕਰਮਾਂ ਤੇ ਪਤੀਜਦਾ ਹੈ। ਅਣਭੋਲ ਲੋਕ ਪਤੀਜ ਜਾਂਦੇ ਹਨ। ਜਿਸ ਮਾਇਆ ਦੀ ਤ੍ਰਿਸ਼ਨਾ ਲਈ ਅਜਿਹੇ ਡਿੰਬ ਰਚੇ ਜਾਂਦੇ ਹਨ, ਤਿਨਾਂ ਕਰਕੇ ਤ੍ਰਿਸ਼ਨਾ ਉਹਨਾਂ ਦੀ ਫੇਰ ਵੀ ਨਹੀਂ ਮਿਟਦੀ, ਸਗੋਂ ਹੋਰ ਵਧੇਰੀ ਵੱਧ ਜਾਂਦੀ ਹੈ। ਤੀਜਾ, ਹਉਮੈ ਵਿਆਪਤ ਕਰਮ। ਪਰਮਾਰਥ ਤੋਂ ਬੇਮੁਖ ਆਦਮੀ ਹਮੇਸ਼ਾ ਹਉਮੈ ਦੇ ਅਧੀਨ ਕਰਮ ਕਰਦੇ ਹਨ। ਇਹਨਾਂ ਬੇਮੁਖ ਪੁਰਸ਼ਾਂ ਉੱਤੇ ਮਾਇਆ ਦਾ ਮੋਹ ਪ੍ਰਬਲ ਰਹਿੰਦਾ ਹੈ। ਨਾਮ ਵੱਲ ਰੁਚੀ ਹੀ ਨਹੀਂ ਜਾਂਦੀ। ਅੰਦਰ ਲੋਭ ਵਿਕਾਰ ਤੇ ਵਾਸ਼ਨਾਵਾਂ ਦੀ ਅੱਗ ਲੱਗੀ ਰਹਿੰਦੀ ਹੈ। ਸੋ ਮਨਮੁਖਾਂ ਦੇ ਕਰਮ ਤੇ ਮਨਮਤਾਂ ਦੇ ਕਰਮਾਂ ਵਿੱਚ ਗ੍ਰਸੇ ਪੁਰਸ਼ ਸਾਰੀ ਉਮਰ ਭਰਮ ਦੇ ਭਟਕਦੇ ਹੀ ਰਹਿੰਦੇ ਹਨ। ਚੰਗੇ ਮੰਦੇ ਕਰਮਾਂ ਦੀ ਸੁਰਤ ਵੀ ਗੁਆ ਦਿੰਦੇ ਹਨ। ਕਈ ਦਿਖਾਵੇ ਦੇ ਪਰਮਾਰਥ ਤੇ ਧਾਰਮਿਕ ਰੀਤਾਂ ਰਸਮਾਂ ਵਿੱਚ ਪੈ ਕੇ ਬੜੇ ਹੰਕਾਰ ਵਿੱਚ ਫੁੱਲੇ ਰਹਿੰਦੇ ਹਨ ਕਿ ਅਸੀਂ ਇੰਨੇ ਵਰਤ ਨੇਮ ਕੀਤੇ, ਅਸੀਂ ਇਹ ਜਪ ਤਪ ਤੇ ਸੰਜਮ ਕੀਤੇ। ਇਹ ਪਰਮਾਰਥੀ ਕਰਮ ਵੀ ਨਿਰੇ ਗੁਮਾਨ ਹੀ ਗੁਮਾਨ ਰਹਿ ਜਾਂਦੇ ਹਨ। ਚੌਥਾ, ਤ੍ਰੈਗੁਣੀ ਤ੍ਰਿਵਿਧ ਕਰਮ। ਸਾਡੀ ਸਾਰੀ ਮਾਨਸਿਕ ਅਵਸਥਾ ਤਿੰਨਾਂ ਗੁਣਾਂ ਵਿੱਚ ਵਿਆਪ ਰਹੀ ਹੈ। ਇਹਨਾਂ ਤੋਂ ਉੱਪਰ ਹੈ ਲਿਵ ਦੀ ਅਵਸਥਾ, ਜੋ ਤੁਰੀਆ ਗੁਣ ਵਿੱਚ ਹੀ ਵਾਪਰਦੀ ਹੈ। ਇਹ ਗੁਣ ਇਹ ਹਨ: ਊੜਾ ਤਮੋ ਗੁਣ, ਮਨ ਦੀ ਅੰਧਿਆਰੀ ਪਸ਼ੂ ਬ੍ਰਿਤ ਦਸ਼ਾ, ਐਨੀਮਲ ਕੌਨਸ਼ੀਅਸ ਸਟੇਟ। ਆੜਾ ਰਜੋ ਗੁਣ, ਸੰਸਾਰੀ ਵਾਸ਼ਨਾਵਾਂ ਦੀ ਦਸ਼ਾ, ਪੈਸ਼ਨ ਕੌਨਸ਼ੀਅਸ ਸਟੇਟ। ਈੜੀ ਸਤੋ ਗੁਣ, ਸਤ ਸੰਤੋਖੀ ਮਨ ਦੀ ਦਸ਼ਾ, ਰਿਫਾਈਨਡ ਕੌਨਸ਼ੀਅਸ ਸਟੇਟ। ਸੱਸਾ ਤੁਰੀਆ ਗੁਣ, ਲਿਵ ਦੀ ਉਨਮਨ ਦਸ਼ਾ, ਸੁਪਰ ਕੌਨਸ਼ੀਅਸ ਸਟੇਟ। ਲਿਵ ਦੀ ਅਵਸਥਾ ਤੋਂ ਨੀਚੇ ਇਨਸਾਨ ਸਤੋ ਗੁਣੀ ਬਣ ਸਕਦਾ ਹੈ, ਪਰ ਸਹਿਜ ਆਨੰਦ ਦੀ ਅਵਸਥਾ ਇਸ ਤੋਂ ਉੱਪਰ ਹੀ ਪ੍ਰਾਪਤ ਹੁੰਦੀ ਹੈ। ਉਹਨਾਂ ਦੀ ਹਉਮੈ ਮਰ ਜਾਂਦੀ ਹੈ। ਤ੍ਰੈਗੁਣੀ ਕਰਮ ਸਭ ਹਉਮੈ ਬੰਧਨ ਕਰਮ ਹਨ। ਤ੍ਰੈਗੁਣੀ ਤ੍ਰਿਵਿਧ ਕਰਮ ਹੀ ਬੰਧਨ ਵਿਆਪਤ ਕਰਮ ਹਨ। ਪੰਜਵਾਂ, ਕਿਰਤ ਕਰਮ। ਕਿਰਤ ਕਰਮ ਉਹ ਚੰਗੇ ਜਾਂ ਮੰਦੇ ਕਰਮ ਹਨ ਜੋ ਜੀਵ ਨੇ ਪਿਛਲੇ ਕਰਮਾਂ ਵਿੱਚ ਕੀਤੇ ਹੋਣ, ਪਿਛਲੇ ਜਨਮ ਵਿੱਚ ਕੀਤੇ ਹੋਣ। ਹਿੰਦੂ ਫਲਸਫਾ ਤੇ ਬੋਧੀ ਫਲਸਫਾ ਕਿਰਤ ਕਰਮਾਂ ਦੇ ਵਿਸ਼ਵਾਸ ਨੇ ਨਿਰਾਸ਼ਾਵਾਦੀ ਪੈਸੀਮਿਸਟਿਕ ਬਣਾ ਦਿੱਤੇ। ਇਹਨਾਂ ਨੇ ਸੰਸਾਰ ਨੂੰ ਦੁੱਖ ਰੂਪ ਦੱਸਿਆ, ਜਿਸ ਵਿੱਚ ਕਰਮ ਭੋਗਣ ਤੋਂ ਕੋਈ ਛੁਟਕਾਰਾ ਨਹੀਂ। ਗੁਰਮਤਿ ਫਲਸਫਾ ਇੱਥੇ ਆ ਕੇ ਬਿਲਕੁਲ ਆਸ਼ਾਵਾਦੀ ਅਰ ਚੜ੍ਹਦੀਆਂ ਕਲਾਂ ਦਾ ਪ੍ਰੇਰਕ ਬਣ ਜਾਂਦਾ ਹੈ, ਕਿਉਂਕਿ ਗੁਰਮੁਖ ਜਨਾਂ ਦਾ ਵਿਸ਼ਵਾਸ ਹੈ
कि गुर का शब्द काटै कोट करम। गुरमत रसायणी टकसाल अनेकां गुरु शरण आया ने जीवन ते कटाई अर अजमाई अर अनेकां ही इस पारस रसायणी औखदी नूं वरत के अकाल पुरख दे तत् सरूप नूं प्राप्त होए। अठों पहर सिमरन भगती नाल कोट कलंक खिन माहे मिट जाते हैं। छेवां हर कीरत कर्म। कर्मां सिर सफला कर्म हर कीरत कर्म है। अकाल पुरख की सच्ची सिफत सलाह ही शुभ कर्मन सिर कर्म है। इस सिफत सलाह नाम दे रहस ते लिव मगन अभ्यास नाल हो सकती है। गुरबाणी दे कीर्तन ते अभ्यास द्वारा हो सकती है। सब तृष्णा निवारी जाती है। परमगत पाउण दा इको एक मार्ग हर कीरत कर्म है। सतवां हुक्म रजाई कर्म। हर कीरत कर्म गुरमत दा श्रेष्ठ साधन है ते हुक्म रजाई कर्म इस साधन दी एक मंजिल है। इस मंजिल दा नित कर्म ही यह है कि ब्रह्म सत्ता दी विशाल अनंत चुप विच रस लीन होर रस पींदे जाना। हुक्म रजाई कर्म विच सिफत सलाह दा अगम्मी गीत किसे अकह खेड़े ते अवेश दे दर खोलदा है। अठवां अध्यात्म कर्म ਉਹ ਕਰਮ ਹਨ जद के सिख दी जाग उठी सुरत सतगुरु दे कंवल मस्तकी सूरज नैना विच सदा सदा गंढी जाती है। ਇਹ ਉਹ ਆਤਮਕ ਅਭੇਦਤਾ ਹੈ ਜਿਸ ਵਿੱਚ ਸਿੱਖ ਦੀ ਰੂਹ ਗੁਰਸ਼ਬਦ ਦੀ ਪਵਨ ਉਡਾਰੀ ਲਾ ਕੇ ਅਗੰਮ ਅਥਾਹ ਬੇਨਿਆਜ਼ ਸਾਈਂ ਦੇ ਨਿਜ ਸਰੂਪ ਵਿੱਚ ਲੀਨ ਹੋ ਜਾਂਦੀ ਹੈ। ਰਸ ਰਸਿੰਦੇ ਗੁਰਮੁਖ ਜਨਾਂ ਦੀ ਮੰਜ਼ਿਲ ਦਾ ਇਹ ਸਿਖਰ ਹੈ। ਇੱਕ ਅਮਰ ਸदैवता ਵਿੱਚ ਇਹ ਇਉਂ ਘੁਲ ਮਿਲ ਜਾਂਦੇ ਹਨ ਜਿਵੇਂ ਜਗਮਗ ਜੋਤ ਸਰੂਪ ਜੋਤ परम जोत मिल जोत मह अद्भुत अतः अनूप परम तत् तत्तः मिलियो। जिस कौम का इतिहास अणलिखिया पिया होवे उस कौम की शान दुनिया दी अखां ओले रहिंदी है। जिस कौम का फलसफा छुपिया होया होवे उस कौम की हस्ती तो दुनिया अनजान रहिंदी है। गुरबाणी विच आए गुरमत आशियां दा एक निखेड़वां विस्तार एनालिटिकल स्टडी सब तो पहला भाई गुरदास जी ने की। सतगुरु सच्चे पातशाह इन्ने प्रसन्न होए कि उन्होंने वारां नूं गुरबाणी की कुंजी की पदवी दे दी। गुरमत का आनमत दे नाल टाकरा कंपैरेटिव स्टडी ते गुरमत दे अध्यात्म रहस का निर्णय भाई गुरदास जी ने कवित सवैयां विच कीता। श्री दशमेश जी के समय फलसफे नूं पेश करन दा जतन भाई नंद लाल जी ने किया ते भाई मनी सिंह जी ने सिख इतिहास की संभाल वल ध्यान दिता। सिख इतिहास नूं संभालन दे जतन जारी रहे। कवि संतोख सिंह जी तो लैके करम सिंह हिस्टोरीअन ते भाई साहब वीर सिंह तक सिख फलसफे नूं इतिहास राही ही पेश किया गया। प्रोफैसर पूरन सिंह जी ते गुरपुर वासी भाई साहब शेर सिंह जी ने अपने अथाह रुझेवियां विच गुरमत नूं पच्छम दे फलसफियां नाल टकरा के पेश करन दा जतन कीता। पर सिख आगुआं दी अंधाधुंध खुदगर्जी ते अणगहली दे कारण ये दो कौम दे हीरे अपने निक्के निक्के जतनां दी आभा दिखा के चुप चुपीते अलोप हो गए। साडी खुशकिस्मती है कि भाई साहब रणधीर सिंह जी ने 17 साल जेल यात्रा तो बाद लगातार सानू गुरमत दे उन्हां आशियां उत्ते महान पुस्तकां दित्तियां हन जिन्हां बारे साडे इतिहासक रुचियां वाले विद्वान जां तां कलम ही नहीं सन चुकदे ते जे कदी लिखदे भी सन तां अनभवी घाट दे कारण दूजे मतां दा दिमागी कूड़ा हूंज के गुरबाणी दे टीकियां विच अनमानो ही भर दिंदे सन। ईसाई मत की एक संत इस्त्री सेंट थेरेसा कठिन तो कठिन तप करने लिए प्रसिद्ध है। उसने कई साल तप करके आख्या, कर्म कांडी तप करने जगराते कटने बड़े सौखे हैं पर भाणा मनना हौमै मारनी ते गरीबी धारण करनी बड़ी कठिन है। जो भी ये पुस्तक पढ़ेगा
ਉਸਨੂੰ ਯਕੀਨ ਹੋ ਜਾਏਗਾ ਕਿ ਭਾਣਾ ਮੰਨਣਾ, ਗਰੀਬੀ ਧਾਰਨੀ ਇੱਕ ਨਾਮ ਰਸੀਏ ਲਈ ਕਠਿਨ ਨਹੀਂ, ਹਾਂ ਹੋਵੇ ਨਾਮ ਦਾ ਰਸੀਆ। ਇਹ ਪੁਸਤਕ ਬੜੇ ਵਿਸਥਾਰ ਨਾਲ ਦ੍ਰਿੜਾਉਂਦੀ ਹੈ ਕਿ ਇੱਕ ਸਿੱਖ ਦਾ ਨਜ਼ਰੀਆ ਹਮੇਸ਼ਾ ਆਸ਼ਾਵਾਦੀ ਹੈ। ਪਾਪ ਪੁੰਨ ਕਰਮਾਂ ਧਰਮਾਂ ਦੇ ਸਹਿਮ ਉਸ ਲਈ ਸਹਿਮ ਨਹੀਂ ਰਹਿੰਦੇ। ਸ਼ਬਦ ਗੁਰੂ ਦੀ ਧੁਨ ਵਿੱਚ ਸਿੱਖ ਸੁਰਤ ਚੇਲਾ ਹੋ ਕੇ ਮਗਨ ਰਹਿੰਦੀ ਹੈ ਔਰ ਸਹਿਜੇ ਸਹਿਜੇ ਸਿੱਖ ਦਾ ਹਿਰਦਾ ਰਸ ਦਾ ਕੰਵਲ ਕਟੋਰਾ ਬਣ ਜਾਂਦਾ ਹੈ। ਜਦ ਤੱਕ ਸਿੱਖ ਦੇ ਹੋਠਾਂ 'ਤੇ ਨਾਮ ਦੀ ਸ਼ਹਿਦ ਮੋਹਰ ਹੈ, ਉਦੋਂ ਤਾਈਂ ਉਸਨੂੰ ਕੋਈ ਪਾਪ ਪੁੰਨ ਨਹੀਂ ਪੋ ਸਕਦੇ। ਸਿੱਖ ਸੁਰਤ ਗੁਰ ਅਵਤਾਰ ਸੁਰਤ ਉੱਤੇ ਇਉਂ ਖੇਡਦੀ ਹੈ ਜਿਵੇਂ ਲਹਿਰਾਂ ਸਾਗਰ ਉੱਤੇ। ਸਾਗਰ ਦੀਆਂ ਲਹਿਰਾਂ ਪਵਨ ਦੇ ਵੇਗ ਵਿੱਚ ਕਦੀ ਇੱਧਰ ਜਾਂਦੀਆਂ ਹਨ, ਕਦੀ ਉੱਧਰ, ਕਦੀ ਸ਼ਾਂਤ ਹੋ ਜਾਂਦੀਆਂ ਹਨ, ਕਦੀ ਉਛਾਲ ਪਰ ਉਛਾਲ ਖਾਂਦੀਆਂ ਹਨ, ਪਰ ਲਹਿਰਾਂ 100 ਮਾਰਾਂ ਖਾ ਕੇ ਵੀ ਨਿਸ਼ਚਿੰਤ ਰਹਿੰਦੀਆਂ ਹਨ, ਕਿਉਂਕਿ ਉਹ ਮਹਿਸੂਸ ਕਰਦੀਆਂ ਹਨ ਕਿ ਸਾਨੂੰ ਸ਼ਾਹ ਸਾਗਰ ਦੀ ਹਿੱਕ ਤੋਂ ਕੋਈ ਵਿਛੋੜ ਨਹੀਂ ਸਕਦਾ। ਚਾਹੇ ਸਾਗਰ ਸ਼ਾਂਤ ਹੋਵੇ, ਚਾਹੇ ਉਹਨਾਂ ਨੂੰ ਪਟਕਾ ਪਟਕਾ ਕੇ ਮਾਰੇ, ਲਹਿਰਾਂ ਇਹੋ ਮਹਿਸੂਸ ਕਰਦੀਆਂ ਹਨ ਕਿ ਸ਼ਾਹ ਸਾਗਰ ਸਾਡੇ ਅੰਗ ਸੰਗ ਹੈ। ਇਹ ਮਾਰਨਾ ਪਟਕਾਉਣਾ ਸਭ ਉਸਦੀ ਮੌਜ ਹੈ, ਭਾਵੇਂ ਲੱਖ ਵੇਰੀ ਹੇਠਾਂ ਪਟਕਾਏ, ਭਾਵੇਂ ਲੱਖ ਵੇਰੀ ਉਤਾਹਾਂ। ਇਸੇ ਤਰ੍ਹਾਂ ਸਿੱਖ ਸੁਰਤ ਅਕਾਲ ਪੁਰਖ ਦੀ ਸੱਚੀ ਲਿਵ ਵਿੱਚ, ਉਸਦੀ ਹੁਕਮ ਰਜ਼ਾਈ ਲਿਵ ਵਿੱਚ ਮਸਤ ਰਹਿੰਦੀ ਹੈ। ਮਨਮੁਖਾਂ ਦਾ ਕਰਮ ਭੋਗਣਾ ਔਰ ਸ਼ਾਹ ਸਾਗਰ ਤੋਂ ਵਿਛੜਨਾ ਇਉਂ ਹੈ ਜਿਵੇਂ ਕਿ ਬੁੱਧ-ਬੁੱਧਿਆਂ ਦਾ ਘੜੀ ਭਰ ਦਾ ਨਾਚ ਕਰਕੇ ਅਲੋਪ ਹੋ ਜਾਣਾ। ਇਸ ਪੁਸਤਕ ਨੂੰ ਪੜ੍ਹਦਿਆਂ ਗੁਰਮਤਿ ਦੇ ਉੱਚ ਆਦਰਸ਼ਾਂ ਬਾਰੇ ਸਾਡਾ ਗਿਆਨ ਭੰਡਾਰ ਅਮੁੱਕ ਜਿਹਾ ਹੋ ਜਾਂਦਾ ਹੈ। ਸਾਡਾ ਵਿਸ਼ਵਾਸ ਸੁਕੀਰਤ ਕਰਮਾਂ ਵਿੱਚ ਚਟਾਨ ਵਰਗਾ ਅਹਿਲ ਹੋ ਜਾਂਦਾ ਹੈ। ਭਾਈ ਸਾਹਿਬ ਜੀ ਦੀਆਂ ਸਾਰੀਆਂ ਲਿਖਤਾਂ ਨਾਲ ਜਦ ਇਸ ਮਹਾਨ ਰਚਨਾ ਦਾ ਇੱਕ ਹੋਰ ਵਾਧਾ ਹੁੰਦਾ ਦੇਖਦੇ ਹਾਂ ਤਾਂ ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਗੁਰਮਤਿ ਅਧਿਆਤਮ ਫਲਸਫੇ ਦੇ ਅਤ ਸੁੰਦਰ ਤਾਜ ਮਹਿਲ ਦਾ ਸ਼ਾਨਦਾਰ ਗੁੰਬਦ ਬਣ ਗਿਆ ਹੈ। ਇਸ ਪੁਸਤਕ ਨੂੰ ਪੜ੍ਹਨਹਾਰਾ ਗੁਰਬਾਣੀ ਦੇ ਅਥਾਹ ਅਮਿਤ ਸਾਗਰ ਵਿੱਚੋਂ ਗੁਰਮਤਿ ਦੇ ਤੱਤ ਭਾਵਾਂ ਦਾ ਅੰਮ੍ਰਿਤ ਸਹਿਜ ਸੁਭਾਏ ਹੀ ਪਾਨ ਕਰੇਗਾ। ਗੁਰ ਆਸ਼ਿਆਂ ਵਿੱਚ ਜੋ ਭੁਲੇਖੇ ਟੀਕਾਕਾਰਾਂ ਨੇ ਪਾਏ ਹੋਏ ਹਨ ਉਹ ਕਦਾਚਿਤ ਨਹੀਂ ਰਹਿਣਗੇ। ਗੁਰਬਾਣੀ ਪੜ੍ਹਨ ਦਾ ਉਹਨਾਂ ਨੂੰ ਅੱਗੋਂ ਨੂੰ ਸਵਾਦ ਹੀ ਹੋਰ ਆਏਗਾ। ਜਿਸ ਸ਼ਬਦ ਦੀ ਵੀ ਭਾਈ ਸਾਹਿਬ ਨੇ ਵਿਆਖਿਆ ਕੀਤੀ ਹੈ, ਉਹ ਵਿਆਖਿਆ ਇੱਕ ਅੰਮ੍ਰਿਤ ਦਾ ਬੇਹੱਦ ਡੂੰਘਾ ਚਸ਼ਮਾ ਨਜ਼ਰ ਆਉਂਦਾ ਹੈ, ਜਿਸ ਦੇ ਇੱਕ ਦੋ ਛੱਟੇ ਵੀ ਅੱਖਾਂ ਨੂੰ ਮਾਰਦੇ ਹਨ, ਜਿਸ ਦੇ ਇੱਕ ਦੋ ਛੱਟੇ ਵੀ ਅੱਖਾਂ ਨੂੰ ਠਾਰਦੇ ਹਨ, ਜਿਸ ਦੀ ਇੱਕ ਇੱਕ ਬੂੰਦ ਸਮਾਧੀ ਦਾ ਟਿਕਾਓ ਲਿਆਉਂਦੀ ਹੈ। ਮੈਨੂੰ ਤਾਂ ਇਸ ਪੁਸਤਕ ਦੇ ਪੜ੍ਹਨ ਤੋਂ ਉਹੀਓ ਰਸ ਆਇਆ ਹੈ ਜੋ ਭਾਈ ਸਾਹਿਬ ਜੀ ਦੇ ਇਲਾਹੀ ਕੀਰਤਨ ਤੋਂ ਆਉਂਦਾ ਹੈ। ਤਿਰਲੋਚਨ ਸਿੰਘ।